दो घाती समकरण, ठीक है जी, अंक गणितक लड़ियां, त्रिभुज, त्रिकोणमिति ते कुछ उपयोग, रचनावां, सतह का खेत्रफल ते घनफल, अंकड़ा विज्ञान। ठीक है, पिछले लैसन दिते गए दो घाती समीकरण चौथा लैसन है, अंकड़ा अंक गणितक लड़ियां पंजवां लैसन, छेवां लैसन, नौवां लैसन, 11वां लैसन ਤੇ 13ਵਾਂ ਤੇ 14ਵਾਂ ਲੈਸਨ ਇਸ ਵਾਰ ਹੈਗੀ ਹੈ ਪੇਪਰ 'ਚ। ਠੀਕ ਹੈ ਜੀ, ਕਿੰਨੇ ਕਿੰਨੇ ਨੰਬਰਾਂ ਦਾ ਕਿਹੜੇ ਕਿਹੜੇ ਲੈਸਨ ਚੋਂ ਆਉਣਾ ਹੈ ਉਹ ਦਿੱਤਾ ਗਿਆ ਤੇ 40 ਨੰਬਰਾਂ ਦਾ ਟੋਟਲ ਹੋ ਗਿਆ। ਠੀਕ ਹੈ ਜੀ, ਯਾਨੀ ਕਿ 40 ਦਾ ਪਹਿਲਾਂ ਸੀ, 40 ਦਾ ਇਹ ਹੋ ਗਿਆ, 80 ਦਾ ਤੇ 20 ਦੀ ਕੋਈ ਅਸੈਸਮੈਂਟ ਵਗੈਰਾ ਤੁਹਾਡੀ ਲੱਗੇਗੀ। ਜੇ ਸਾਇੰਸ ਦੀ ਗੱਲ ਕਰੀਏ ਬੱਚੇ ਕਿਹੜੇ ਕਿਹੜੇ ਲੈਸਨ ਹੈ ਤਾਂ ਐਸਿਡ ਬੇਸ ਵਾਲਾ ਆ ਗਿਆ, ਮੈਟਲ ਤੇ ਨੋਨ ਮੈਟਲ ਵਾਲਾ ਆ ਗਿਆ, ਕਾਰਬਨ ਐਂਡ ਇਟਸ ਕੰਪਾਊਂਡਸ ਆ ਗਏ, ਲਾਈਫ ਪ੍ਰੋਸੈਸ ਆ ਗਿਆ, ਕੰਟਰੋਲ ਤੇ ਕੋਆਰਡੀਨੇਸ਼ਨ ਵਾਲਾ ਆ ਗਿਆ, ਹਾਊ ਡੂ ਆਰਗੇਨਿਜ਼ਮਸ ਰਿਪਰੋਡਿਊਸ ਕਰਦੇ ਆ ਉਹਦੇ ਵਾਲਾ, ਹੈਰੀਡਿਟਰੀ ਐਂਡ ਐਵੋਲੂਸ਼ਨ। ਰਾਈਟ, ਤਾਂ ਕਿਹੜੇ ਕਿਹੜੇ ਲੈਸਨ ਆ ਗਏ, ਸੈਕੰਡ, ਥਰਡ, ਫੋਰਥ, 6th, 7th, 8th, 9th। ਰਾਈਟ, ਤਾਂ ਇਹ ਕਿੰਨੇ ਕਿੰਨੇ ਨੰਬਰਾਂ ਦਾ ਕਿਹੜੇ ਕਿਹੜੇ ਲੈਸਨ ਚੋਂ ਆਉਣਾ, ਸਾਰਾ ਕੁਝ ਇਹਦਾ ਵੇਰਵਾ ਦਿੱਤਾ ਗਿਆ ਬੱਚੇ, ਤਾਂ ਇਸ ਨੂੰ ਤੁਸੀਂ ਨੋਟ ਕਰ ਲੈਣਾ ਹੈ। ਠੀਕ ਹੈ ਜੀ, ਤੇ ਜੇ ਆਪਾਂ ਸਟਰਕਚਰ ਦੀ ਦੇਖੀਏ ਤਾਂ ਆਹ ਸਟਰਕਚਰ ਦਿੱਤਾ ਹੈ, ਕਿੰਨੇ ਕਿੰਨੇ ਨੰਬਰਾਂ ਦਾ ਕਿਹੜੇ ਕਿਹੜੇ ਚੋਂ ਆਉਣਾ ਹੈ, ਕਿਹੜੇ ਕਿਹੜੇ 1 ਤੋਂ ਲੈ ਕੇ 5 ਜਿਹੜੇ 2 ਨੰਬਰਾਂ ਦੇ ਆਉਣਗੇ, 6 ਤੋਂ 11 ਤੱਕ 3 ਨੰਬਰਾਂ ਦੇ ਆਉਣਗੇ, 11 ਤੋਂ 14 ਤੱਕ 4 ਨੰਬਰਾਂ ਦੇ ਆਉਣਗੇ। ਇਹ ਵੀ ਦਿੱਤਾ ਵੀ ਇਹ ਕਿੰਨੇ ਕਿੰਨੇ ਸ਼ਬਦਾਂ ਦੇ ਲਿਖਣੇ ਆ ਤੁਸੀਂ। ਜਿਹੜਾ 2 ਨੰਬਰਾਂ ਵਾਲਾ 30 ਤੋਂ 40 ਸ਼ਬਦਾਂ ਦੇ ਵਿਚਕਾਰ 50, ਜਿਹੜਾ 3 ਨੰਬਰ ਵਾਲਾ ਉਹਨੂੰ 50 ਤੋਂ 60 ਸ਼ਬਦਾਂ ਵਿੱਚ ਲਿਖਣਾ ਹੈ, ਜਿਹੜਾ 4 ਨੰਬਰ ਵਾਲਾ ਉਹਨੂੰ 100 ਤੋਂ 120 ਸ਼ਬਦਾਂ ਦੇ ਵਿੱਚ ਲੈ ਕੇ ਜਾਣਾ ਹੈ। ਜੇ ਆਪਾਂ ਹੁਣ ਇੰਗਲਿਸ਼ ਦੀ ਗੱਲ ਕਰੀਏ ਬੱਚੇ ਤਾਂ ਇੰਗਲਿਸ਼ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਟਰਕਚਰ ਦਿੱਤਾ ਗਿਆ ਵੀ ਕਿਵੇਂ ਆਉਣਾ ਹੈ। ਸਭ ਤੋਂ ਪਹਿਲਾਂ ਇੱਕ ਕੰਪਰੀਹੈਂਸ਼ਨ ਦਾ ਪੈਸੇਜ ਹੋਏਗਾ, ਠੀਕ ਹੈ, ਫਿਰ ਮੇਨ ਕੋਰਸ ਬੁੱਕ ਦੇ ਵਿੱਚੋਂ, ਫਿਰ ਸਪਲੀਮੈਂਟਰੀ ਚੋਂ ਕੁਐਸਚਨ ਆਣੇ ਆ, ਫਿਰ ਇੰਗਲਿਸ਼ ਮੇਨ ਕੋਰਸ ਬੁੱਕ ਹੈ ਜਿਹੜਾ ਪੋਇਟਰੀ ਹੈ ਜਿਹੜੀ ਉਹਦੇ ਵਿੱਚੋਂ ਕੁਐਸਚਨ ਪੈਣੇ ਆ। ਠੀਕ ਹੈ ਜੀ, ਇਸ ਤਰ੍ਹਾਂ ਨਾਲ ਸਾਰਾ ਸਿਲੇਬਸ ਨੂੰ ਦਿੱਤਾ ਗਿਆ ਵੀ ਗ੍ਰਾਮਰ ਚ ਕਿਵੇਂ ਆਉਣਾ ਹੈ। ਠੀਕ ਹੈ, ਪੈਰਾਗ੍ਰਾਫ, ਲੈਟਰ ਰਾਈਟਿੰਗ, ਵਰਕਿੰਗ ਹੈਂਡ ਰਾਈਟਿੰਗ ਦੇ 2 ਨੰਬਰ ਦਿੱਤੇ ਇਹਨਾਂ ਨੇ, ਟ੍ਰਾਂਸਲੇਸ਼ਨ, ਰੀਟ੍ਰਾਂਸਲੇਸ਼ਨ। ਠੀਕ ਹੈ, ਹੁਣ ਸਿਲੇਬਸ ਦੇ ਵਿੱਚ ਕੀ ਕੀ ਹੈ ਬੱਚੇ, ਸਭ ਤੋਂ ਪਹਿਲਾਂ ਅਨਸੀਨ ਪੈਸੇਜ ਦੀ ਗੱਲ ਕੀਤੀ ਹੈ, ਉਹ ਤਾਂ ਅਲੱਗ ਹੈਗਾ ਹੀ ਹੈਗਾ, ਤੇ ਮੇਨ ਕੋਰਸ ਦੇ ਜਿਹੜੇ ਬੁੱਕ ਦੇ ਲੈਸਨ ਆਪਣੇ ਕਿਹੜੇ ਕਿਹੜੇ ਇਸ ਵਾਰ, ਸਮ ਗਲਿੰਪਸਸ ਆਫ ਐਂਸ਼ੀਐਂਟ ਇੰਡੀਆ, ਹੋਮ ਕਮਿੰਗ, ਮੇਕਿੰਗ ਆਫ ਦਾ ਅਰਥ ਤੇ ਰੂਲ ਆਫ ਦਾ ਰੋਡ। ਫਿਰ ਪੋਇਮਾਂ ਕਿਹੜੀਆਂ, ਰਜ਼ੀਆ ਐਂਡ ਟਾਈਗਰਸ, ਵੇਅਰ ਦ ਮਾਈਂਡ ਇਜ਼ ਵਿਦਾਊਟ ਫੀਅਰ। ਇਹ 2 ਪੋਇਮ ਹੈ। ਸਪਲੀਮੈਂਟਰੀ ਰੀਡਰ ਦੀ ਗੱਲ ਕਰੀਏ ਤਾਂ ਬੱਚੇ ਕਿਹੜੇ ਕਿਹੜੇ, ਦ ਡਾਈਂਗ ਡਿਟੈਕਟਿਵ, ਹਾਊ ਮਚ ਲੈਂਡ ਡਜ਼ ਅ ਮੈਨ ਨੀਡ, ਰਿਟਰਨ ਟੂ ਏਅਰ। ਠੀਕ ਹੈ ਜੀ, ਇਹ ਲੈਸਨਸ ਦਿੱਤੇ ਹੈ, ਇਹਨਾਂ ਚ ਪੇਪਰ ਆਣਾ ਹੈ। ਵੋਕੈਬਲਰੀ ਹੈ, ਇਡੀਅਮਸ ਹੈਗੇ ਹੈ, ਠੀਕ ਹੈ, ਕਨਫਿਊਜ਼ਿੰਗ ਵਰਡਸ ਹੈ, ਗ੍ਰਾਮਰ ਚ ਦੇਖ ਕੇ ਤਾਂ ਮੋਡਲਸ ਹੈਗੇ ਹੈ, ਸੈਂਟੈਂਸ ਕਨੈਕਟਰਸ ਹੈਗੇ ਹੈ, ਰਿਪੋਰਟਡ ਸਪੀਚ ਹੈਗੀ ਹੈ, ਨਰੇਸ਼ਨ ਜਿਹਨੂੰ ਕਹਿੰਦੇ ਆਪਾਂ, ਯੂਜ਼ ਆਫ ਟੈਂਸਸ ਦੀ ਯੂਜ਼ ਤੇ ਪੰਕਚੁਏਸ਼ਨ ਹੈਗੀ ਹੈ। ਰਾਈਟਿੰਗ ਸਕਿੱਲ ਚ ਪੈਰਾਗ੍ਰਾਫ ਹੈ, ਲੈਟਰ ਹੈ ਤੇ ਨੋਟ ਮੇਕਿੰਗ ਹੈ। ਠੀਕ ਹੈ ਜੀ, ਟ੍ਰਾਂਸਲੇਸ਼ਨ ਹੈ, ਦੇਖੋ ਟ੍ਰਾਂਸਲੇਸ਼ਨ ਤਾਂ ਨੋਟਸ ਹੀ ਦੇ ਰੱਖੇ ਆ, ਸਾਰੇ ਲੈਸਨ ਜਿਹੜੇ ਹੈਗੇ ਉਹਨਾਂ ਦੇ ਵਿੱਚੋਂ ਕਿਹੜੀ ਕਿਹੜੀ ਟ੍ਰਾਂਸਲੇਸ਼ਨ ਹੋਣੀ ਆ ਉਹ ਦਿੱਤੀ ਗਈ ਆ ਬੱਚੇ। ਠੀਕ ਹੈ, ਉਹਨੂੰ ਧਿਆਨ ਨਾਲ ਕਰ ਲੈਣਾ, ਜਿਵੇਂ ਦਾ ਗੋਡ ਅਪਰੋਚਸ ਦਾ ਦਾਡੀ ਦਦੀਚੀ ਟੁਕ ਨੋ ਟਾਈਮ ਟੂ ਲੇਇੰਗ ਡਾਊਨ ਹਿਜ਼ ਲਾਈਫ। ਇਸ ਤਰ੍ਹਾਂ ਹੋਮ ਕਮਿੰਗ ਦੇ ਕੁਝ ਆਗੇ ਟ੍ਰਾਂਸਲੇਸ਼ਨ, ਫਿਰ ਮੇਕਿੰਗ ਆਫ ਦਾ ਅਰਥ ਦੀ ਆਗੇ ਟ੍ਰਾਂਸਲੇਸ਼ਨ। ਠੀਕ ਹੈ ਜੀ, ਫਿਰ ਦਾ ਰੂਲ ਆਫ ਦਾ ਰੋਡ, ਫਿਰ ਆ ਗਈ ਜੀ ਪੰਜਾਬੀ ਟੂ ਇੰਗਲਿਸ਼ ਹੈ ਜਿਹੜੀ, ਉਹਨੂੰ ਇੰਗਲਿਸ਼ ਬਣਾਉਣੀ ਹੈ ਪੰਜਾਬੀ ਤੋਂ, ਉਸਨੂੰ ਬੋਲਣ ਦਿਓ, ਲੈਟ ਹਿਮ ਸਪੀਕ, ਮੈਨੂੰ ਜਾਣ ਦਿਓ, ਲੈਟ ਮੀ ਗੋ, ਆਓ ਧੁੱਪੇ ਬੈਠੀਏ, ਮੇਰੇ ਲਈ ਪਾਣੀ ਦਾ ਗਲਾਸ ਮੰਗਵਾਓ। ਇਹ ਸਾਰੇ ਬਹੁਤ ਲੰਮਾ ਪ੍ਰੋਸੈਸ ਹੈ। ਠੀਕ ਹੈ ਜੀ, ਤਾਂ ਬੋਰਡ ਵਾਲਿਆਂ ਨੇ ਦਿੱਤੀਆਂ ਤਾਂ ਇਹ ਜ਼ਰੂਰ ਕਰ ਲਿਓ। ਠੀਕ ਹੈ ਜੀ, ਥੋਥਾ ਚਨਾ ਬਾਜੇ ਗਣਾ, ਜੈਸਾ ਦੇਸ਼ ਵੈਸਾ ਵੇਸ, ਦਾਨ ਘਰੋਂ ਸ਼ੁਰੂ ਹੁੰਦਾ ਹੈ, ਆਪਣਾ ਆਪਣਾ ਪਰਾਇਆ ਪਰਾਇਆ, ਬਲੱਡ ਇਜ਼ ਥਿਕਰ ਦੈਨ ਵਾਟਰ। ਬਹੁਤ ਸਾਰੇ ਤੁਹਾਨੂੰ ਟ੍ਰਾਂਸਲੇਸ਼ਨ ਤੇ ਰੀਟ੍ਰਾਂਸਲੇਸ਼ਨ ਦੇ ਨੋਟਸ ਦਿੱਤੇ ਗਏ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ 10ਵੀਂ ਦੇ ਪੇਪਰਾਂ ਦੀ ਜੋ ਸਿਲੇਬਸ ਹੈ ਉਸ ਦੇ ਵਿੱਚ ਹੀ ਦਿੱਤੇ ਹੈ। ਸੋਸ਼ਲ ਸਾਇੰਸ ਦੀ ਗੱਲ ਕਰੀਏ ਬੱਚੇ ਤਾਂ ਸਭ ਤੋਂ ਪਹਿਲਾਂ ਉਹੀ ਪੈਟਰਨ ਹੈ ਜੋ 10ਵੀਂ ਕਲਾਸ ਦੀ ਟਰਮ 2 ਦੇ ਪੇਪਰ ਹੈ। ਸਮਾਜਿਕ ਸਿੱਖਿਆ ਦਾ ਉਹਦੇ ਵਿੱਚ 40 ਨੰਬਰਾਂ ਦਾ ਪੇਪਰ ਹੈ। ਠੀਕ ਹੈ ਜੀ, 40 ਅੰਕਾਂ ਦਾ 2.5 ਘੰਟੇ ਦਾ ਪੇਪਰ ਹੈ। ਪਹਿਲਾਂ ਕੀ ਹੈ ਵੀ 1 ਤੋਂ ਲੈ ਕੇ 1 ਅੰਕਾਂ ਦੇ ਹੈ 5, ਫਿਰ ਇਹ ਤੋਂ ਬਾਅਦ 2 ਤੋਂ ਲੈ ਕੇ 5 ਪ੍ਰਸ਼ਨ ਨੰਬਰ 1 ਵਿੱਚ 5 ਉਪਭਾਗ ਹਨ, ਉਪਭਾਗ ਹੈ 5। ਠੀਕ ਹੈ, 1 ਅੰਕ ਦੇ ਯਾਨੀ 5 ਨੰਬਰਾਂ ਦਾ ਹੋ ਗਿਆ, ਫਿਰ 2 ਅੰਕਾਂ ਦੇ ਹੈ, ਫਿਰ 10 ਦੇ ਹੋ ਗਏ, ਇਸ ਟਾਈਪ ਚੱਲਦਾ ਹੈ ਤੇ ਇਸ ਤਰ੍ਹਾਂ ਨਾਲ 40 ਅੰਕ ਪੂਰੇ ਕਰ ਦਿੰਦੇ ਆ ਉਹ। ਠੀਕ ਹੈ ਜੀ, ਲੈਸਨ ਕਿਹੜੇ ਕਿਹੜੇ ਆ ਇਹ ਮਹੱਤਵਪੂਰਨ ਹੈ। ਚੌਥਾ ਲੈਸਨ ਹੈ ਭੂਗੋਲ ਦਾ। ਠੀਕ ਹੈ ਜੀ, ਕੁਦਰਤੀ ਬਨਸਪਤੀ, ਜੀਵ ਜੰਤੂ ਤੇ ਮਿੱਟੀਆਂ। 5ਵਾਂ ਪਾਠ ਹੈ ਭੂਮੀ ਵਰਤੋਂ ਅਤੇ ਖੇਤੀਬਾੜੀ। 6ਵਾਂ ਪਾਠ ਹੈ ਬੱਚੇ ਖਣਿਜ ਪਦਾਰਥ ਅਤੇ ਊਰਜਾ ਸਾਧਨ। 7ਵਾਂ ਪਾਠ ਹੈ ਜਨਸੰਖਿਆ। ਅਰਥ ਸ਼ਾਸਤਰ ਦੀ ਜੇ ਗੱਲ ਕਰੀਏ ਤਾਂ ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ, ਭਾਰਤ ਵਿੱਚ ਉਦਯੋਗਿਕ ਵਿਕਾਸ। ਜੇ ਇਤਿਹਾਸ ਦੀ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖਾਲਸੇ ਦੀ ਸਿਰਜਣਾ ਅਤੇ ਸ਼ਖਸੀਅਤ,
ਛੇਵਾਂ ਲੈਸਨ ਬੰਦਾ ਸਿੰਘ ਬਹਾਦਰ ਤੇ ਸਿੱਖ ਮਿਸਲਾਂ। ਸੱਤਵਾਂ ਲੈਸਨ ਰਣਜੀਤ ਸਿੰਘ ਮੋਲਾ ਜੀਵਨ ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ। ਕਿੰਨੇ ਨੰਬਰਾਂ ਦਾ ਇਹ ਵੀ ਨਾਲ ਦਿੱਤੇ ਗਏ ਹੈ। ਤੇ 8ਵਾਂ ਲੈਸਨ ਹੈ ਜਿਹੜਾ ਅੰਗਰੇਜ਼ੀ ਅਤੇ ਸਿੱਖਾਂ ਦਾ ਯੁੱਧ ਤੇ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ। 1849 ਚ ਹੋ ਗਿਆ ਸੀ। ਅੰਗਰੇਜ਼ਾਂ ਦਾ ਸੰਘਰਸ਼ ਵਿੱਚ ਪੰਜਾਬ ਦੀ ਦੇਣ ਕੀ ਰਹੀ ਹੈ? ਰਾਜ ਸਰਕਾਰ, ਫਿਰ ਲੋਕਤੰਤਰੀ ਭਾਰਤ ਲੋਕਤੰਤਰ ਦਾ ਸਰੂਪ, ਨਾਗਰਿਕ ਸ਼ਾਸਤਰ ਆ ਗਿਆ, ਲੋਕ ਸਭਾ, ਰਾਜ ਸਭਾ, ਸੰਸਦੀ ਸਰੂਪ ਹੈ, ਭਾਰਤ ਦੇ ਵਿਦੇਸ਼ੀ ਨੀਤੀ ਅਤੇ ਸੰਯੁਕਤ ਰਾਸ਼ਟਰ ਦੇ ਨਾਲ ਆਪਣੇ ਕੀ ਸੰਬੰਧ ਹੈਗੇ ਹੈ, ਠੀਕ ਹੈ, ਕਿਵੇਂ ਕਦੋਂ ਤੋਂ ਆਪਾਂ ਸੰਯੁਕਤ ਰਾਸ਼ਟਰ ਦੇ ਮੈਂਬਰ ਆ, ਸਾਰਾ ਕੁਝ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿੰਨੇ ਨੰਬਰਾਂ ਦਾ ਕਿਹੜੇ ਲੈਸਨ ਚ ਆਉਣਾ ਹੈ, ਠੀਕ ਹੈ, ਉਹ ਵੀ ਦਿੱਤਾ ਗਿਆ ਹੈ, ਠੀਕ ਹੈ। ਆ 1 ਨੰਬਰ ਇੱਧਰੋਂ ਹੀ ਆਉਣਾ, ਇਕੱਲਾ 1 ਨੰਬਰ ਦਾ ਹੀ ਹੈ, ਤੇ ਰਾਜ ਸਰਕਾਰ ਹੈ ਜਿਵੇਂ 1 ਨੰਬਰ ਦਾ ਹੈ। ਜਿਹੜੇ ਬੱਚੇ ਲੱਗਦਾ ਵੀ ਐਡਾ ਲੈਸਨ ਕਰਾਂਗੇ 1 ਨੰਬਰ ਪਿੱਛੇ, ਤਾਂ ਉਹ ਛੱਡ ਸਕਦੇ ਆ। ਜਿਹੜੇ ਇੰਟੈਲੀਜੈਂਟ ਬੱਚੇ ਆ ਉਹ ਕਰ ਸਕਦੇ ਆ, ਠੀਕ ਹੈ। ਜਾਣੀ ਆਹ ਲੈਸਨ ਇਹਦੇ ਵਿੱਚ ਨਹੀਂ ਛੱਡਿਆ ਜਾ ਸਕਦਾ। ਐਂ ਦੇਖ ਲਈਦਾ ਹੁੰਦਾ ਵੀ 4 ਨੰਬਰਾਂ ਦਾ ਨਾ, ਤਾਂ ਆਹ ਤਾਂ ਜਮਾਂ ਨਾ ਛੱਡੀਓ। 13ਵਾਂ ਲੈਸਨ ਹੈ, ਇਹ ਬਹੁਤ ਇੰਪੋਰਟੈਂਟ ਹੈ, ਇਹਨੂੰ ਚੰਗੀ ਤਰ੍ਹਾਂ ਕਰ ਲਿਓ, ਠੀਕ ਹੈ ਜੀ। ਪੰਜਾਬੀ ਏ ਤੇ ਪੀ 2 ਪੇਪਰ ਹੁੰਦੇ ਆ। ਪੰਜਾਬੀ ਏ ਦੀ ਗੱਲ ਕਰੀਏ ਬੱਚੇ, ਤਾਂ ਇਹਦੇ ਵਿੱਚੋਂ ਕੀ ਹੈ? ਪਹਿਲਾਂ ਸੁੰਦਰ ਲਿਖਾਈ ਹੈ, ਫਿਰ ਗੁਰਮਤਿ ਕਾਵਿ, ਸੂਫੀ ਕਾਵਿ, ਠੀਕ ਹੈ, ਕਿੱਸਾ ਕਾਵਿ, ਵੀਰ ਕਾਵਿ, ਵਾਰਤਕ ਭਾਗ ਹੈ ਬਾਬਾ ਰਾਮ ਸਿੰਘ ਕੂਕਾ, ਮਹਾਕਾਵਿ ਕਾਲੀਦਾਸ, ਮੇਰੇ ਵੱਡੇ ਵਡੇਰੇ, ਤੁਰਨ ਦਾ ਹੁਨਰ। ਜੇ ਵੰਨਗੀ ਦੀ ਗੱਲ ਕਰੀਏ ਤਾਂ ਕਹਾਣੀ ਜਿਹੜਾ ਹੈਗਾ ਬੰਬ ਬਹਾਦਰ, ਬਾਗੀ ਦੀ ਧੀ, ਧਰਤੀ ਹੇਠਲਾ ਬਲਦ, ਇੱਕ ਪੈਰ ਘੱਟ ਤੁਰਨਾ, ਇਕਾਂਗੀ ਹੈ ਜਿਹੜੀ ਜਫਰਨਾਮਾ ਤੇ ਦੂਜਾ ਵਿਆਹ ਹੈ ਇੱਕ ਇੱਕ ਹੋਰ ਨਵਾਂ ਸਾਲ, ਕਾਂਡ 2 ਦੁਪਹਿਰ ਤੇ ਕਾਂਡ 3 ਸ਼ਾਮ। ਪਾਤਰ ਚਿੱਤਰਨ ਵਾਰਤਾਲਾਪ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਆਪਾਂ ਨੂੰ। ਉਹੀ 35 ਨੰਬਰ ਹੋਣਗੇ। 5 ਨੰਬਰਾਂ ਦਾ ਮੈਨੂੰ ਲੱਗਦਾ ਲਿਖਾਈ ਹੋਏਗੀ ਇਹਦੇ ਵਿੱਚ, ਠੀਕ ਹੈ। ਇਹ ਸਟਰਕਚਰ ਹੈ ਵੀ ਕਿੰਨੇ ਨੰਬਰਾਂ ਦਾ ਕਿੱਥੋਂ ਆਊਗਾ, ਠੀਕ ਹੈ ਜੀ। ਹੁਣ ਜੇ ਪੇਪਰ 20 ਦੀ ਗੱਲ ਕਰੀਏ ਪੰਜਾਬੀ ਦੇ, ਤਾਂ ਪਹਿਲਾਂ ਉਹੀ ਸੁੰਦਰ ਲਿਖਾਈ 2 ਨੰਬਰਾਂ ਦੀ। ਪਹਿਲਾਂ ਲੇਖ ਆਊਗਾ, ਠੀਕ ਹੈ। ਲੇਖ ਦੇ ਵਿੱਚੋਂ ਛੱਡ ਕੇ ਬਾਕੀ ਸਾਰੇ ਲੇਖ ਸ਼ਾਮਲ ਹੋਣਗੇ। ਪਹਿਲੇ 9 ਛੱਡ ਕੇ ਬਾਕੀ ਦੇ ਲੇਖ, ਪਹਿਲੇ 9 ਨਾ ਹੀ ਕਰੀਏ ਤਾਂ ਚੰਗਾ ਹੀ ਹੈ, ਠੀਕ ਹੈ। ਉਵੇਂ ਪੱਤਰ ਹੈ, ਸੰਖੇਪ ਰਚਨਾ, ਇਹ ਸਾਰਾ ਕੁਛ ਆ ਜਾਊਗਾ। ਦੇਖੋ ਲੇਖ ਹੈ 16 ਨੰਬਰ 'ਚ, ਠੀਕ ਹੈ ਜੀ। ਇੱਕ ਅਭਿਆਸ ਵਿੱਚ ਕੇਵਲ ਜੀਵਨੀਆਂ, ਪੱਤਰ, ਫਿਰ ਪੱਤਰ ਆ ਗਏ ਜੀ, ਫਿਰ ਸੰਖੇਪ ਰਚਨਾ, ਠੀਕ ਹੈ, ਅਣਡਿੱਠਾ ਪਹਿਰਾ, ਇਸ ਤਰ੍ਹਾਂ ਕਾਫੀ ਕੁਛ ਹੈ। ਮੁਹਾਵਰੇ ਹੋ ਗਏ, ਠੀਕ ਹੈ ਜੀ। ਇਸ ਤਰ੍ਹਾਂ 16 ਨੰਬਰ ਪੂਰੇ ਕੀਤੇ ਗਏ ਇਹਨਾਂ ਨੇ। ਵਿਸ਼ਰਾਮ ਚਿੰਨ੍ਹ, ਵਿਆਕਰਨ ਆ ਗਿਆ, ਵਿਆਕਰਨ ਦੀ ਪਰਿਭਾਸ਼ਾ, ਭਾਸ਼ਾ ਤੇ ਪੰਜਾਬੀ ਭਾਸ਼ਾ, ਧੁਨੀ ਤੇ ਪੰਜਾਬੀ ਧੁਨੀਆਂ, ਨਾਸਕੀ, ਸਬਰ, ਲਿਪੀ, ਗੁਰਮੁਖੀ ਲਿਪਿਕ, ਠੀਕ ਹੈ ਜੀ। ਲਗਾ ਅੱਖਰ, ਸ਼ਬਦ ਬੋਧ, ਸਾਰਾ ਕੁਛ 10 ਨੰਬਰਾਂ ਦੇ ਵਿੱਚ ਆ ਗਿਆ। ਅਰਥ ਬੋਧ ਵਾਲਾ ਕੰਮ ਹੈ ਜਿਹੜਾ 7 ਨੰਬਰਾਂ ਦਾ ਹੈਗਾ। ਇਕੱਲਾ ਹੀ ਅਰਥ ਬੋਧ ਹੈ ਜਿਹੜਾ ਸਮਾਨਾਰਥਕ ਤੇ ਬਹੁਆਰਥਕ ਸ਼ਬਦ ਹੈ, ਬਹੁਤ ਇੰਪੋਰਟੈਂਟ ਹੈ। ਜਾਣੀ ਕਿ ਇਕੱਲੇ ਬਹੁਆਰਥਕ ਤੇ ਸਮਾਨਾਰਥਕ ਸ਼ਬਦ ਹੀ 7 ਨੰਬਰਾਂ ਦੇ ਆ ਗਏ ਤੁਹਾਨੂੰ। ਕਿੱਥੇ ਇੰਨਾ ਕੰਮ ਹੈ ਜਿਹੜਾ 10 ਨੰਬਰਾਂ ਦਾ, ਕਿਤੇ 2 ਚੀਜ਼ਾਂ ਹੀ 7 ਨੰਬਰਾਂ ਦੀਆਂ ਹੋ ਗਈਆਂ। ਇਹ ਸਟਰਕਚਰ ਆ ਗਿਆ ਬੱਚੇ। ਜੇ ਹਿੰਦੀ ਦੀ ਗੱਲ ਕਰੀਏ ਤਾਂ ਹਿੰਦੀ ਦਾ ਪਹਿਲਾਂ ਤਾਂ ਦਿੱਤਾ ਵੀ ਕਿਹੜੇ ਚੀਜ਼ ਚੋਂ ਕਿੰਨੇ ਨੰਬਰਾਂ ਦਾ ਕੁਐਸਚਨ ਆਣੇ ਹੈ, ਠੀਕ ਹੈ। ਕਿਹੜੇ ਲੈਟਰ ਹੈ, ਕਿੰਨੇ ਨੰਬਰਾਂ ਦੇ ਲੈਟਰ ਹੈ, ਠੀਕ ਹੈ ਜੀ। ਨਿਬੰਧ ਲੇਖ ਦੇ ਵਿੱਚ ਕਿਹੜੇ ਨਿਬੰਧ ਆਣੇ ਹੈ। ਅਨੁਵਾਦ ਦੇ ਵਿੱਚ ਟ੍ਰਾਂਸਲੇਸ਼ਨ, ਰੀਟ੍ਰਾਂਸਲੇਸ਼ਨ, ਮੁਹਾਵਰੇ, ਲਕੋਪਤੀਆਂ, ਸਾਰਾ ਕੁਝ ਦੇਣ ਦੀ ਕੋਸ਼ਿਸ਼ ਕੀਤੀ ਹੈ, ਠੀਕ ਹੈ। ਨੰਬਰ ਦੱਸੇ ਕਿੰਨੇ ਨੰਬਰਾਂ ਦਾ ਕਿਹੜੇ 'ਚ ਆਊਗਾ, ਕਿੰਨੇ ਸ਼ਬਦਾਂ ਦਾ ਆਪਾਂ ਲਿਖਣਾ ਉਹਦੇ ਵਿੱਚ। ਜੇ 2 ਨੰਬਰਾਂ ਦਾ ਬੱਚੇ ਤਾਂ ਕਿੰਨੇ ਅੱਖਰਾਂ ਦਾ ਆਪਾਂ ਲਿਖਣਾ ਹੈ, ਜੇ 4 ਦਾ ਕਿੰਨੇ ਅੱਖਰਾਂ ਦਾ ਲਿਖਣਾ ਹੈ। ਇਸ ਤਰ੍ਹਾਂ ਸਾਰਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਸਿਰਫ ਇੱਥੋਂ ਤੱਕ ਕਿ ਤੁਹਾਡਾ ਬੱਚੇ, ਜੇ ਕੋਈ ਵੀ ਤੁਹਾਡੇ ਅੰਦਰ ਕੁਐਸਚਨ ਹੋਵੇ, ਠੀਕ ਹੈ, ਜਾਂ ਤੁਸੀਂ ਗਾਹਾਂ ਮੇਰੇ ਤੋਂ ਕੋਈ ਵੀ ਚਾਹੁੰਦੇ ਹੋ ਵੀਡੀਓ, ਤੁਹਾਨੂੰ ਡਿਫੀਕਲਟ ਲੱਗਦਾ ਕੋਈ ਲੈਸਨ ਜਾਂ ਕੋਈ ਮੈਥ ਦਾ ਚੈਪਟਰ ਡਿਫੀਕਲਟ ਲੱਗਦਾ, ਵੈਸੇ ਮੈਂ ਪਾਉਂਦਾ ਰਹੂੰਗਾ। ਫਿਰ ਵੀ ਜੇ ਤੁਹਾਡੀ ਕੋਈ ਡਿਮਾਂਡ ਹੋਈ ਤਾਂ ਮੈਨੂੰ ਕਮੈਂਟ ਕਰ ਦਿਆ ਕਰੋ, ਮੈਂ ਤੁਹਾਡਾ ਆਨਸਰ ਜ਼ਰੂਰ ਦਿਆ ਕਰੂੰਗਾ ਤੇ ਮੈਂ ਤੁਹਾਨੂੰ ਵੀਡੀਓ ਪਾਉਂਦਾ ਰਹੂੰਗਾ। ਇਸ ਲਈ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਹੈ, ਠੀਕ ਹੈ। ਤਾਂ ਮਿਲਦੇ ਹਾਂ ਅਗਲੀ ਵੀਡੀਓ 'ਚ, ਬਾਏ।